प्यारे विद्यार्थियों, मेरे वालों साਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਿੰਦਰ ਸਿੰਘ ਲੈਕਚਰਰ ਸੜਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰੂੜਿਆਣੀ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਖੇਡ ਸਿਖਲਾਈ ਦੇ ਸਿਧਾਂਤ, ਉਸ ਦੀ ਪਰਿਭਾਸ਼ਾ ਅਤੇ ਉਸ ਦੇ ਅਰਥ ਬਾਰੇ ਜਾਣਕਾਰੀ ਅਸੀਂ ਹਾਸਲ ਕਰ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਅਸੀਂ ਸਰੀਰ ਨੂੰ ਗਰਮਾਉਣਾ ਅਤੇ ਠੰਡਾ ਕਰਨ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੋ ਖੇਡਾਂ ਦੇ ਖੇਤਰ ਵਿੱਚ ਸਰੀਰ ਨੂੰ ਗਰਮਾਉਣਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਹੈ। ਕਿਸੇ ਵੀ ਖੇਡ ਮੁਕਾਬਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ਹਲਕੀਆਂ ਫੁਲਕੀਆਂ ਕਸਰਤਾਂ ਕਰਕੇ ਉਸ ਖੇਡ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨ ਨੂੰ ਹੀ ਗਰਮਾਉਣਾ ਕਿਹਾ ਜਾਂਦਾ ਹੈ। ਗਰਮਾਉਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਦਿਮਾਗ ਨੂੰ ਮੁਕਾਬਲੇ ਦੇ ਲਈ ਤਿਆਰ ਕੀਤਾ ਜਾਂਦਾ ਹੈ। ਸੋ ਗਰਮਾਉਣ ਦੀਆਂ ਦੋ ਕਿਸਮਾਂ ਹਨ: ਮਨੋਵਿਗਿਆਨਕ ਗਰਮਾਉਣਾ ਅਤੇ ਸਰੀਰਕ ਗਰਮਾਉਣਾ। ਸੋ ਪਹਿਲਾ ਪੁਆਇੰਟ ਹੈ ਮਨੋਵਿਗਿਆਨਕ ਗਰਮਾਉਣਾ। ਮਨੋਵਿਗਿਆਨਕ ਗਰਮਾਉਣ ਤੋਂ ਭਾਵ ਇਹ ਹੈ ਕਿ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਮੁਕਾਬਲੇ ਦੇ ਲਈ ਤਿਆਰ ਕਰਨਾ। ਇਹ ਕਿਰਿਆ ਜਿਹੜੀ ਹੈਗੀ ਹੈ ਇਹ ਖੇਡ ਮੁਕਾਬਲੇ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਖੇਡ ਮੁਕਾਬਲੇ ਵਾਲੇ ਦਿਨ ਤੱਕ ਚੱਲਦੀ ਰਹਿੰਦੀ ਹੈ। ਖਿਡਾਰੀ ਨੂੰ ਸਮੇਂ ਸਮੇਂ 'ਤੇ ਉਸ ਦੇ ਗੁਣਾਂ ਬਾਰੇ, ਉਸ ਦੀਆਂ ਕਮੀਆਂ ਬਾਰੇ ਕੋਚ ਦੁਆਰਾ ਉਸ ਨੂੰ ਦੱਸਿਆ ਜਾਂਦਾ ਹੈ ਅਤੇ ਉਸ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਕੋਚ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਖਿਡਾਰੀ ਨੂੰ ਖੇਡ ਮੁਕਾਬਲੇ ਵਿੱਚ ਚੰਗੇ ਪ੍ਰਦਰਸ਼ਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮਨੋਵਿਗਿਆਨਕ ਗਰਮਾਉਣ ਦੇ ਲਈ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ। ਸੋ ਜਿਵੇਂ ਕਿ ਖਿਡਾਰੀ ਨੂੰ ਪ੍ਰੇਰਿਤ ਕਰਨਾ, ਖਿਡਾਰੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਬਾਰੇ ਉਤਸ਼ਾਹਿਤ ਕਰਨਾ, ਵਿਰੋਧੀ ਖਿਡਾਰੀਆਂ ਦੀਆਂ ਕਮੀਆਂ ਬਾਰੇ ਜਾਣਕਾਰੀ ਦੇਣਾ, ਪਿਛਲੀਆਂ ਜਿੱਤਾਂ ਦਾ ਰਿਕਾਰਡ ਪੇਸ਼ ਕਰਨਾ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ। ਸੋ ਮਨੋਵਿਗਿਆਨਕ ਗਰਮਾਉਣ ਤੋਂ ਭਾਵ ਇਹੀ ਹੈ ਕਿ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਦੇ ਲਈ ਤਿਆਰ ਕਰਨਾ, ਦੂਸਰੇ ਖਿਡਾਰੀਆਂ ਦੀਆਂ ਕਮੀਆਂ ਦੱਸ ਕੇ ਉਸ ਨੂੰ ਦਿਮਾਗੀ ਤੌਰ 'ਤੇ ਦਰੁਸਤ ਬਣਾਉਣਾ, ਖਿਡਾਰੀਆਂ ਨੂੰ ਉਹਨਾਂ ਦੀਆਂ ਯੋਗਤਾ ਬਾਰੇ, ਉਸ ਦੇ ਪਿਛਲੇ ਰਿਕਾਰਡ ਬਾਰੇ ਉਸ ਨੂੰ ਦੱਸਣਾ ਵੀ ਉਸ ਦੇ ਪਿਛਲੇ ਰਿਕਾਰਡ ਆ ਉਹ ਕਿਸ ਤਰ੍ਹਾਂ ਹਨ, ਚੰਗੇ ਹਨ, ਵਧੀਆ ਹਨ, ਇਹਨਾਂ ਬਾਰੇ ਜਾਣਕਾਰੀ ਦੇਣਾ। ਸੋ ਨੈਕਸਟ ਪੁਆਇੰਟ ਹੈ ਸਰੀਰਕ ਗਰਮਾਉਣਾ। ਮਨੋਵਿਗਿਆਨਕ ਗਰਮਾਉਣ ਤੋਂ ਬਾਅਦ ਸਰੀਰਕ ਕਸਰਤਾਂ ਦੇ ਲਈ ਸਰੀਰ ਨੂੰ ਗਰਮਾਇਆ ਜਾਂਦਾ ਹੈ। ਹਲਕੀਆਂ ਕਸਰਤਾਂ ਦੇ ਰਾਹੀਂ ਸਰੀਰ ਦੇ ਤਾਪਮਾਨ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਸਰੀਰਕ ਗਰਮਾਉਣ ਦੇ ਨਾਲ ਲਹੂ ਗੇੜ ਪ੍ਰਣਾਲੀ, ਮਾਸਪੇਸ਼ੀਆਂ ਪ੍ਰਣਾਲੀਆਂ ਨੂੰ ਆਕਸੀਜਨ ਦੀ ਜਿਹੜੀ ਸਪਲਾਈ ਆ ਉਹ ਵੱਧ ਕੀਤੀ ਜਾਂਦੀ ਹੈ ਜਾਂ ਉਹਦੀ ਸਪਲਾਈ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੇ ਨਾਲ ਖਿਡਾਰੀ ਪੂਰੀ ਤਰ੍ਹਾਂ ਖੇਡ ਮੁਕਾਬਲੇ ਦੇ ਲਈ ਤਿਆਰ ਹੋ ਜਾਂਦਾ ਹੈ। ਸੋ ਸਰੀਰ ਨੂੰ ਗਰਮਾਉਣ ਦੇ ਲਈ ਦੋ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨੰਬਰ 1 ਹੈ ਕਿਰਿਆਸ਼ੀਲ ਗਰਮਾਉਣਾ, ਐਕਟਿਵ ਵਾਰਮਿੰਗ ਅਪ। ਨੰਬਰ 2 ਹੈ ਨਿਸ਼ਕਿਰਿਆਸ਼ੀਲ ਗਰਮਾਉਣਾ, ਪੈਸਿਵ ਵਾਰਮਿੰਗ ਅਪ। ਨੰਬਰ 1 ਹੈ ਕਿਰਿਆਸ਼ੀਲ ਗਰਮਾਉਣਾ, ਐਕਟਿਵ ਵਾਰਮਿੰਗ ਅਪ। ਕਿਰਿਆਸ਼ੀਲ ਗਰਮਾਉਣ ਦੇ ਵਿੱਚ ਖਿਡਾਰੀ ਕਸਰਤਾਂ ਦੇ ਨਾਲ ਆਪਣੀਆਂ ਮਾਸਪੇਸ਼ੀਆਂ ਅਤੇ ਸਰੀਰਕ ਕਾਰਜ ਪ੍ਰਣਾਲੀ ਨੂੰ ਖੇਡਣ ਦੇ ਲਈ ਤਿਆਰ ਕਰਦਾ ਹੈ। ਇਹ ਕਿਰਿਆ ਮੁਕਾਬਲੇ ਦੀ ਕਿਰਿਆ ਜੋ ਵਾਰਮ ਅਪ ਹੈ ਇਹ 10 ਮਿੰਟ ਤੋਂ ਲੈ ਕੇ 30 ਮਿੰਟ ਤੱਕ ਹੋ ਸਕਦਾ ਹੈ। ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਖਿਡਾਰੀ ਜੋ ਹੈ ਕਿਰਿਆਵਾਂ ਕਰਦਾ ਹੋਇਆ ਸਰੀਰ ਨੂੰ ਗਰਮ ਕਰਦਾ ਹੈ। ਕਿਰਿਆਸ਼ੀਲ ਗਰਮਾਉਣ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ। ਨੰਬਰ 1 ਹੈ ਆਮ ਗਰਮਾਉਣਾ, ਜਨਰਲ ਵਾਰਮ ਅਪ। ਨੰਬਰ 2 ਹੈ ਖਾਸ ਗਰਮਾਉਣਾ, ਸਪੈਸੀਫਿਕ ਵਾਰਮ ਅਪ। ਸੋ ਆਮ ਗਰਮਾਉਣ ਦੇ ਵਿੱਚ ਹਲਕੀਆਂ ਕਸਰਤਾਂ ਜਿਵੇਂ ਜੰਪ ਦੀਆਂ ਕਸਰਤਾਂ, ਬਾਹਾਂ ਦੀਆਂ ਕਸਰਤਾਂ, ਲੱਤਾਂ ਦੀਆਂ ਕਸਰਤਾਂ, ਲੱਕ ਦੀ ਕਸਰਤ, ਗਰਦਨ ਦੀ ਕਸਰਤ, ਪੈਰਾਂ ਦੀ, ਗੁੱਟਾਂ ਦੀ, ਸੋ ਇਹ ਸਾਰੀਆਂ ਜਿਹੜੀਆਂ ਕਸਰਤਾਂ ਉਹ ਕੀਤੀਆਂ ਜਾਂਦੀਆਂ ਹਨ। ਭਾਵ ਕਿ ਪੂਰੇ ਸਰੀਰ ਦੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ, ਸਿਰ ਤੋਂ ਲੈ ਕੇ ਪੈਰਾਂ ਤੱਕ। ਇਸ ਵਿੱਚ ਪੂਰੇ ਸਰੀਰ ਨੂੰ ਇੱਕ ਸਾਰ ਗਰਮਾਇਆ ਜਾਂਦਾ ਹੈ। ਆਮ ਗਰਮਾਉਣ ਦੀਆਂ ਕਿਰਿਆਵਾਂ ਜਿਹੜੀਆਂ ਹੈਗੀਆਂ ਇਹ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ ਸਾਰੀਆਂ ਖੇਡਾਂ ਦੇ ਲਈ। ਸੋ ਨੈਕਸਟ ਪੁਆਇੰਟ ਹੈ ਖਾਸ ਗਰਮਾਉਣਾ। ਖਾਸ ਗਰਮਾਉਣ ਦੀ ਕਿਰਿਆ ਆਮ ਕਿਰਿਆ ਤੋਂ ਬਾਅਦ ਕੀਤੀ ਜਾਂਦੀ ਹੈ। ਇਸ ਵਿੱਚ ਖੇਡ ਅਨੁਸਾਰ ਵਿਸ਼ੇਸ਼ ਕਸਰਤਾਂ ਦੇ ਨਾਲ ਸਰੀਰ ਨੂੰ ਗਰਮਾਇਆ ਜਾਂਦਾ ਹੈ। ਖਾਸ ਗਰਮਾਉਣ ਦੀ ਕਿਰਿਆ ਦੇ ਵਿੱਚ
ਸਿਰਫ ਉਹਨਾਂ ਸਰੀਰਕ ਅੰਗਾਂ ਨੂੰ ਹੀ ਗਰਮਾਉਣ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਾਨੂੰ ਖੇਡ ਦੇ ਵਿੱਚ ਜ਼ਰੂਰਤ ਪੈਂਦੀ ਹੈ। ਸੋ ਇਸ ਵਿੱਚ ਇੱਕ ਤਰ੍ਹਾਂ ਨਾਲ ਮੁਕਾਬਲੇ ਤੋਂ ਪਹਿਲਾਂ ਖੇਡ ਕੌਸ਼ਲਾਂ ਦਾ ਅਭਿਆਸ ਕੀਤਾ ਜਾਂਦਾ ਹੈ। ਸੋ ਖਾਸ ਗਰਮਾਉਣਾ ਜੋ ਖਿਡਾਰੀ ਕੋਈ ਖੇਡ ਖੇਡਣੀ ਚਾਹੁੰਦਾ ਹੈ ਜਾਂ ਉਹਦੇ ਲਈ ਜਿਸ ਉਹਨੇ ਵਾਰਮ ਅਪ ਕੀਤਾ ਹੈ ਉਸ ਦੇ ਮੁਤਾਬਕ ਹੀ ਉਹ ਸਰੀਰ ਨੂੰ ਗਰਮ ਕਰਦਾ ਹੈ। ਮੰਨ ਲਓ ਕਿ ਜੋ ਕਿਸੇ ਨੇ ਸ਼ਾਟ ਪੁੱਟ ਸੁੱਟਣਾ ਹੈ ਤਾਂ ਉਹ ਆਪਦੇ ਸ਼ੋਲਡਰ ਨੂੰ ਗੁੱਟ ਨੂੰ ਮਜ਼ਬੂਤ ਕਰੇਗਾ। ਜਿਸ ਨੇ ਜੰਪ ਲਗਾਉਣਾ ਹੈ ਉਹ ਆਪਦੀਆਂ ਲੱਤਾਂ ਨੂੰ ਜਾਂ ਗੋਡਿਆਂ ਨੂੰ ਗਿੱਟਿਆਂ ਨੂੰ ਜ਼ਿਆਦਾ ਗਰਮ ਕਰੇਗਾ। ਸੋ ਨੈਕਸਟ ਪੁਆਇੰਟ ਹੈ ਨਿਸ਼ਕਿਰਿਆਸ਼ੀਲ ਗਰਮਾਉਣਾ, ਪੈਸਿਵ ਵਾਰਮਿੰਗ ਅਪ। ਨਿਸ਼ਕਿਰਿਆਸ਼ੀਲ ਗਰਮਾਉਣ ਤੋਂ ਭਾਵ ਬਿਨਾਂ ਕੋਈ ਕਸਰਤ ਕੀਤਿਆਂ ਸਰੀਰ ਨੂੰ ਗਰਮ ਕਰਨ ਤੋਂ ਹੈ। ਇਸ ਕਿਸਮ ਦੇ ਗਰਮਾਉਣ ਦੀ ਵਰਤੋਂ ਤਾਕਤ ਵਾਲੀਆਂ ਖੇਡਾਂ ਜਿਵੇਂ ਕਿ ਭਾਰ ਚੁੱਕਣਾ, ਕੁਸ਼ਤੀ, ਜੂਡੋ, ਕਬੱਡੀ ਆਦਿ ਖੇਡਾਂ ਦੇ ਖਿਡਾਰੀਆਂ ਦੁਆਰਾ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਈ ਖਿਡਾਰੀਆਂ ਦਾ ਮੰਨਣਾ ਇਹ ਹੈ ਕਿ ਇਸ ਤਰ੍ਹਾਂ ਦੇ ਤਰੀਕੇ ਨੂੰ ਵਰਤ ਕੇ ਸਰੀਰ ਨੂੰ ਗਰਮਾਉਣ ਦੇ ਨਾਲ ਸਰੀਰ ਦੀ ਜਿਹੜੀ ਤਾਕਤ ਹੈ ਉਹ ਨਸ਼ਟ ਹੋ ਜਾਂਦੀ ਹੈ ਅਤੇ ਖੇਡ ਮੁਕਾਬਲੇ ਦੇ ਵਿੱਚ ਜਿਹੜਾ ਚੰਗਾ ਪ੍ਰਦਰਸ਼ਨ ਉਹ ਨਹੀਂ ਹੁੰਦਾ। ਨਿਸ਼ਕਿਰਿਆਸ਼ੀਲ ਗਰਮਾਉਣ ਦੇ ਲਈ ਖਿਡਾਰੀਆਂ ਵੱਲੋਂ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ, ਜਿਵੇਂ ਕਿ ਧੁੱਪ ਵਿੱਚ ਬੈਠ ਕੇ ਸਰੀਰ ਨੂੰ ਗਰਮ ਕਰਨਾ, ਚਾਹ ਜਾਂ ਕੌਫੀ ਪੀ ਕੇ ਸਰੀਰ ਨੂੰ ਗਰਮ ਕਰਨਾ, ਮਾਲਿਸ਼ ਕਰਕੇ ਜਾਂ ਭਾਫ਼ ਦੇ ਦੁਆਰਾ ਅਤੇ ਜਾਂ ਗਰਮ ਪਾਣੀ ਦੇ ਵਿੱਚ ਬੈਠ ਕੇ ਨਹਾਉਣਾ ਦੇ ਨਾਲ ਸਰੀਰ ਨੂੰ ਗਰਮ ਕਰਨਾ। ਸੋ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਨਿਸ਼ਕਿਰਿਆਸ਼ੀਲ ਗਰਮਾਉਣ ਦੇ ਨਾਲ ਸਰੀਰਕ ਮਾਸਪੇਸ਼ੀਆਂ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦੀਆਂ, ਜਿਸ ਕਰਕੇ ਜਿਹੜੇ ਖਿਡਾਰੀਆਂ ਦੇ ਸੱਟ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਸੋ ਨਿਸ਼ਕਿਰਿਆਸ਼ੀਲ ਗਰਮਾਉਣ ਤੋਂ ਭਾਵ ਅਸੀਂ ਇਹੀ ਕਹਿ ਸਕਦੇ ਹਾਂ ਕਿ ਬਿਨਾਂ ਕਿਸੇ ਕਸਰਤ ਤੋਂ ਖਿਡਾਰੀ ਜਿਹੜੇ ਹੈ ਉਹ ਸਰੀਰ ਨੂੰ ਗਰਮ ਕਰਦੇ ਹਨ, ਜਿਵੇਂ ਧੁੱਪ ਵਿੱਚ ਬੈਠ ਕੇ, ਗਰਮ ਪਾਣੀ ਵਿੱਚ ਨਹਾ ਕੇ ਜਾਂ ਗਰਮ ਚਾਹ ਕੌਫੀ ਪੀ ਕੇ। ਸੋ ਨੈਕਸਟ ਪੁਆਇੰਟ ਹੈ ਠੰਡਾ ਕਰਨਾ, ਕੂਲਿੰਗ ਡਾਊਨ। ਗਰਮਾਉਣ ਦੀ ਤਰ੍ਹਾਂ ਸਰੀਰ ਨੂੰ ਠੰਡਾ ਕਰਨਾ ਵੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ। ਸਰੀਰ ਨੂੰ ਗਰਮਾਉਣ ਖੇਡ ਮੁਕਾਬਲੇ ਤੋਂ ਪਹਿਲਾਂ ਦੀ ਪ੍ਰਕਿਰਿਆ ਹੈ, ਜਦੋਂ ਕਿ ਸਰੀਰ ਠੰਡਾ ਕਰਨਾ ਉਹ ਖੇਡ ਮੁਕਾਬਲੇ ਤੋਂ ਬਾਅਦ ਦੀ ਪ੍ਰਕਿਰਿਆ ਹੈ। ਕਿਉਂਕਿ ਖੇਡ ਦੇ ਸਮੇਂ ਖਿਡਾਰੀ ਦੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਦੇ ਨਾਲ ਉਸ ਦੀਆਂ ਸਾਰੀਆਂ ਪ੍ਰਣਾਲੀਆਂ ਜਿਵੇਂ ਕਿ ਲਹੂ ਗੇੜ ਪ੍ਰਣਾਲੀ, ਸਾਹ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਇਹ ਬੜੀ ਤੇਜ਼ੀ ਦੇ ਨਾਲ ਕੰਮ ਕਰਦੀਆਂ ਹਨ। ਸੋ ਐਕਸਰਸਾਈਜ਼ ਕਰਕੇ ਜਾਂ ਕਸਰਤ ਕਰਕੇ ਸਰੀਰ ਦੇ ਤਾਪਮਾਨ ਨੂੰ ਸਧਾਰਨ ਅਵਸਥਾ ਦੇ ਵਿੱਚ ਲਿਆਂਦਾ ਜਾਂਦਾ ਹੈ। ਖੇਡ ਖਤਮ ਹੋਣ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਟਰੈਕ ਸੂਟ ਵਗੈਰਾ ਪਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਗਰਮ ਹੋਏ ਸਰੀਰ ਨੂੰ ਹਵਾ ਲੱਗਣ ਤੋਂ ਬਚਾ ਸਕੇ। ਇਸ ਤੋਂ ਬਾਅਦ ਖਿਡਾਰੀ ਨੂੰ ਬਿਲਕੁਲ ਹਲਕੀਆਂ ਕਸਰਤਾਂ ਕਰਦੇ ਹੋਏ ਖੇਡ ਮੈਦਾਨ ਦੇ 1-2 ਚੱਕਰ ਲਗਾਉਣੇ ਚਾਹੀਦੇ ਹਨ। ਹਲਕੀਆਂ ਫੁਲਕੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਅਤੇ ਇੱਕ ਜਗ੍ਹਾ ਬੈਠ ਕੇ ਮਾਸਪੇਸ਼ੀਆਂ ਨੂੰ ਖਿੱਚਣਾ ਚਾਹੀਦਾ ਹੈ ਜਾਂ ਸਟਰੈਚਿੰਗ ਐਕਸਰਸਾਈਜ਼ ਆ ਜਿਹੜੀ ਉਹ ਕਰਨੀ ਚਾਹੀਦੀ ਹੈ। ਇਸ ਨਾਲ ਖਿਡਾਰੀ ਦਾ ਜਿਹੜਾ ਸਰੀਰਕ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਉਸ ਦੀਆਂ ਸਰੀਰਕ ਪ੍ਰਣਾਲੀਆਂ ਵੀ ਸਧਾਰਨ ਅਵਸਥਾ ਦੇ ਵਿੱਚ ਆ ਜਾਣਗੀਆਂ। ਠੰਡਾ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਇਹ ਘੱਟ ਤੋਂ ਘੱਟ 5 ਤੋਂ 15 ਮਿੰਟ ਜਾਂ 20 ਮਿੰਟ ਤੱਕ ਕਰਨੀ ਚਾਹੀਦੀ ਹੈ। ਇਸ ਕਿਰਿਆ ਦੇ ਨਾਲ ਸਰੀਰ ਨੂੰ ਠੰਡਾ ਕਰਨ ਦੇ ਨਾਲ ਖਿਡਾਰੀ ਦੀ ਜਿਹੜੀ ਥਕਾਵਟ ਆ ਉਹ ਦੂਰ ਹੋ ਜਾਵੇਗੀ ਅਤੇ ਉਹ ਆਰਾਮ ਮਹਿਸੂਸ ਕਰੇਗਾ ਅਤੇ ਅਗਲੇ ਦਿਨ ਦੇ ਲਈ ਉਹ ਤਿਆਰ ਹੋ ਜਾਵੇਗਾ। ਸੋ ਠੰਡਾ ਕਰਨ ਦੇ ਲਈ ਸਰੀਰ ਦੇ ਉੱਪਰ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ ਜੋ ਕਿ ਇਸ ਤਰ੍ਹਾਂ ਹਨ। ਸੋ ਪਹਿਲਾ ਪੁਆਇੰਟ ਹੈ ਸਰੀਰਕ ਤਾਪਮਾਨ ਸਧਾਰਨ ਹੋਣਾ। ਸੋ ਕਸਰਤਾਂ ਕਰਨ ਦੇ ਨਾਲ ਖਿਡਾਰੀ ਦਾ ਵਧਿਆ ਹੋਇਆ ਤਾਪਮਾਨ ਹੌਲੀ ਹੌਲੀ ਸਧਾਰਨ ਅਵਸਥਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਰੀਰ ਨੂੰ ਕਸਰਤ ਨਾਲ ਠੰਡਾ ਨਾ ਕੀਤਾ ਜਾਵੇਗਾ ਤਾਂ ਜਿਹੜਾ ਸਰੀਰ ਦਾ ਤਾਪਮਾਨ ਉਸੇ ਤਰ੍ਹਾਂ ਵਧਿਆ ਰਹੇਗਾ ਅਤੇ ਤੇਜ਼ੀ ਨਾਲ ਥੱਲੇ ਆਉਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਜਿਹੜਾ ਹੈਗਾ ਸਰੀਰ ਨੂੰ ਗਰਮ ਸਰਦ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ ਅਤੇ ਖਿਡਾਰੀ ਬਿਮਾਰ ਹੋ ਸਕਦਾ ਹੈ। ਸੋ ਨੈਕਸਟ ਪੁਆਇੰਟ ਹੈ ਸਰੀਰਕ ਪ੍ਰਣਾਲੀ ਦਾ ਸਧਾਰਨ ਹੋਣਾ। ਖੇਡ ਦੇ ਸਮੇਂ ਖਿਡਾਰੀ ਦੀ ਸਰੀਰਕ ਪ੍ਰਣਾਲੀ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ ਹਨ, ਜਿਵੇਂ ਕਿ ਦਿਲ ਦੀ ਧੜਕਣ ਸਧਾਰਨ ਗਤੀ 72 ਪ੍ਰਤੀ ਮਿੰਟ ਤੋਂ ਵੱਧ ਕੇ 160 ਤੋਂ 180 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਹੀ ਸਾਹ ਕਿਰਿਆ ਪ੍ਰਣਾਲੀ ਅਤੇ ਮਾਸਪੇਸ਼ੀ ਪ੍ਰਣਾਲੀ ਵੀ ਬਹੁਤ ਤੇਜ਼ੀ ਦੇ ਨਾਲ ਕੰਮ ਕਰਦੀਆਂ ਹਨ।
ਸਰੀਰ ਨੂੰ ਠੰਡਾ ਕਰਨ ਦੇ ਨਾਲ ਇਹ ਸਾਰੀਆਂ ਕਾਰਜ ਪ੍ਰਣਾਲੀਆਂ ਹੌਲੀ ਹੌਲੀ ਆਪਣੀ ਸਧਾਰਨ ਅਵਸਥਾ ਦੇ ਵਿੱਚ ਆ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਆਰਾਮ ਦੀ ਅਵਸਥਾ ਵਿੱਚ ਆ ਜਾਂਦਾ ਹੈ। ਸੋ ਨੈਕਸਟ ਪੁਆਇੰਟ ਹੈ ਨੰਬਰ 3 ਹੈ ਥਕਾਵਟ ਛੇਤੀ ਦੂਰ ਹੋਣਾ। ਜਦੋਂ ਖਿਡਾਰੀ ਤੇਜ਼ ਗਤੀ ਦੇ ਨਾਲ ਖੇਡ ਰਿਹਾ ਹੁੰਦਾ ਹੈ ਤਾਂ ਉਸ ਦੀ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੋਣ ਕਰਕੇ ਸਰੀਰ ਦੇ ਵਿੱਚ ਬਹੁਤ ਸਾਰੇ ਜਿਹੜੇ ਪਦਾਰਥ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਪਦਾਰਥਾਂ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਇੱਕ ਲੈਕਟਿਕ ਐਸਿਡ ਵੀ ਬਣ ਜਾਂਦਾ ਹੈ, ਜਿਹੜਾ ਕਿ ਸਾਡੀ ਥਕਾਵਟ ਦਾ ਮੁੱਖ ਕਾਰਨ ਬਣਦਾ ਹੈ। ਖੇਡਣ ਤੋਂ ਬਾਅਦ ਹਲਕੀਆਂ ਫੁਲਕੀਆਂ ਕਸਰਤਾਂ ਕਰਕੇ ਲੈਕਟਿਕ ਐਸਿਡ ਨੂੰ ਇੱਕ ਥਾਂ 'ਤੇ ਇਕੱਠਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਖਿਡਾਰੀ ਸਰੀਰ ਨੂੰ ਠੰਡਾ ਨਹੀਂ ਕਰਦਾ ਤਾਂ ਇਹ ਲੈਕਟਿਕ ਐਸਿਡ ਸਰੀਰ ਦੀਆਂ ਵੱਡੀਆਂ ਮਾਸਪੇਸ਼ੀਆਂ ਦੇ ਵਿੱਚ ਇਕੱਠਾ ਹੋ ਜਾਵੇਗਾ ਅਤੇ ਉਹਨਾਂ ਨੂੰ ਜਕੜ ਲਵੇਗਾ। ਲੈਕਟਿਕ ਐਸਿਡ ਦੇ ਜੰਮਣ ਦੇ ਕਾਰਨ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਮਾਸਪੇਸ਼ੀਆਂ ਦਾ ਇਹ ਦਰਦ ਕਈ ਦਿਨ ਤੱਕ ਹੋ ਸਕਦਾ ਹੈ, ਜਿਸ ਦੇ ਨਾਲ ਖਿਡਾਰੀ ਨੂੰ ਖੇਡਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਸਕਦੀ ਹੈ। ਸੋ ਠੰਡਾ ਕਰਕੇ ਅਸੀਂ ਸਰੀਰ ਦੇ ਵਿੱਚ ਲੈਕਟਿਕ ਐਸਿਡ ਨੂੰ ਜੰਮਣ ਤੋਂ ਰੋਕ ਸਕਦੇ ਹਾਂ, ਇਕੱਠਾ ਹੋਣ ਤੋਂ ਰੋਕ ਸਕਦੇ ਹਾਂ ਅਤੇ ਥਕਾਵਟ ਤੋਂ ਬਚ ਸਕਦੇ ਹਾਂ। ਸੋ ਨੈਕਸਟ ਪੁਆਇੰਟ ਹੈ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤੀ। ਠੰਡਾ ਕਰਨ ਦੇ ਨਾਲ ਖਿਡਾਰੀ ਦੀ ਸਰੀਰਕ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਉਹ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਅਤੇ ਉਸ ਦੀਆਂ ਸਾਰੀਆਂ ਸਰੀਰਕ ਪ੍ਰਣਾਲੀਆਂ ਸਹੀ ਅਵਸਥਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਦੇ ਨਾਲ ਉਸ ਦਾ ਮਾਨਸਿਕ ਜਿਹੜਾ ਤਣਾਅ ਉਹ ਦੂਰ ਹੋ ਜਾਂਦਾ ਹੈ। ਠੰਡਾ ਕਰਨ ਦੇ ਨਾਲ ਖਿਡਾਰੀ ਅਗਲੇ ਦਿਨ ਦੇ ਅਭਿਆਸ ਦੇ ਲਈ ਤਿਆਰ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਿਲਕੁਲ ਦਰੁਸਤ ਸਮਝਦਾ ਹੈ। ਸੋ ਠੰਡਾ ਕਰਨ ਦੇ ਨਾਲ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ। ਸੋ ਅੱਜ ਦਾ ਸਾਡਾ ਇਹ ਟੌਪਿਕ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ।